ਦੋਸਤੋ ਇੱਕ ਵਾਰ ਫਿਰ ਗਿਆਨ ਦਰਪਣ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਕਿ ਡਿਸਟੈਂਸ ਐਜੂਕੇਸ਼ਨ ਅਤੇ ਓਪਨ ਐਜੂਕੇਸ਼ਨ ਕੀ ਹੁੰਦੀ ਹੈ, ਦੋਵਾਂ ਵਿੱਚ ਕੀ ਅੰਤਰ ਹੈ, ਵਿਦਿਆਰਥੀ ਇਹਨਾਂ ਦੋਵਾਂ ਵਿੱਚ ਚੋਣ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ, ਦੋਵਾਂ ਦੀ ਡਿਗਰੀ ਦੀ ਉਪਯੋਗਤਾ ਇੱਕ ਸਮਾਨ ਹੈ ਜਾਂ ਅੰਤਰ ਹੈ, ਕਿਸ ਡਿਗਰੀ ਦੇ ਕੀ ਲਾਭ ਹਨ, ਉਸ ਡਿਗਰੀ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਹੜੇ ਕੋਰਸ ਡਿਸਟੈਂਸ ਐਜੂਕੇਸ਼ਨ ਵਿੱਚ ਚਲਾਏ ਜਾ ਸਕਦੇ ਹਨ, ਡਿਸਟੈਂਸ ਐਜੂਕੇਸ਼ਨ ਦੁਆਰਾ ਕੀਤੇ ਜਾ ਰਹੇ ਕੋਰਸਾਂ ਦੀ ਅਪਰੂਵਲ ਵਿਦਿਆਰਥੀ ਦੁਆਰਾ ਕਿਵੇਂ ਦੇਖੀ ਜਾ ਸਕਦੀ ਹੈ। ਇਹ ਬਹੁਤ ਸਾਰੇ ਬੁਨਿਆਦੀ ਮੁੱਦੇ ਹਨ ਜਿਨ੍ਹਾਂ ਬਾਰੇ ਅਕਸਰ ਹੀ ਵਿਦਿਆਰਥੀ ਪੁੱਛਦੇ ਰਹਿੰਦੇ ਹਨ ਕਿ ਇਸ ਬਾਰੇ ਉਹਨਾਂ ਨੂੰ ਪਤਾ ਕਿਵੇਂ ਲੱਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਡਿਸਟੈਂਸ ਐਜੂਕੇਸ਼ਨ ਦੀ। ਡਿਸਟੈਂਸ ਐਜੂਕੇਸ਼ਨ ਦਾ ਸਿੱਧੇ ਤੌਰ 'ਤੇ ਅਰਥ ਇਹ ਹੈ ਕਿ ਜਦੋਂ ਤੁਸੀਂ ਕਲਾਸਰੂਮ ਤੋਂ ਬਿਨਾਂ ਫਾਰਮਲ ਐਜੂਕੇਸ਼ਨ ਵਾਂਗ ਆਪਣੀ ਪੜ੍ਹਾਈ ਕਰਦੇ ਹੋ, ਜਿਸ ਵਿੱਚ ਵਿਦਿਆਰਥੀ ਦਾ ਕਲਾਸਰੂਮ ਵਿੱਚ ਹਾਜ਼ਰ ਹੋਣਾ ਜ਼ਰੂਰੀ ਨਹੀਂ, ਉਸ ਨੂੰ ਡਿਸਟੈਂਸ ਐਜੂਕੇਸ਼ਨ ਕਿਹਾ ਜਾਂਦਾ ਹੈ। ਪਰੰਪਰਾ ਦੇ ਵਿੱਚ ਇਸੇ ਕੋਰਸ ਨੂੰ ਪੱਤਰ ਵਿਹਾਰ ਸਿੱਖਿਆ ਵੀ ਕਿਹਾ ਜਾਂਦਾ ਸੀ, ਕਿਉਂਕਿ ਉਸ ਸਮੇਂ ਜੋ ਮਟੀਰੀਅਲ ਵਿਦਿਆਰਥੀਆਂ ਤੱਕ ਭੇਜਿਆ ਜਾਂਦਾ ਸੀ ਉਹ ਅਧਿਆਪਕ ਦੁਆਰਾ ਰੈਗੂਲਰ ਐਜੂਕੇਸ਼ਨ ਦੀ ਤਰਜ਼ 'ਤੇ ਕਲਾਸਰੂਮ ਵਿੱਚ ਸਿੱਧੇ ਤੌਰ 'ਤੇ ਉਸ ਨੂੰ ਗਿਆਨ ਨਹੀਂ ਦਿੱਤਾ ਜਾਂਦਾ ਸੀ, ਬਲਕਿ ਜੋ ਗਿਆਨ ਅਧਿਆਪਕ ਨੇ ਕਲਾਸਰੂਮ ਵਿੱਚ ਦੇਣਾ ਹੈ ਉਸ ਸਾਰੇ ਮਸਲੇ ਨੂੰ, ਉਸ ਸਾਰੇ ਗਿਆਨ ਨੂੰ ਲਿਖਤ ਰੂਪ ਦੇ ਵਿੱਚ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਂਦਾ ਸੀ। ਅਤੇ ਲਿਖਤ ਰੂਪ ਦਾ ਪਹਿਲਾ ਮਾਧਿਅਮ ਸਾਡੇ ਕੋਲ ਡਾਕ ਸੀ, ਪੱਤਰ ਸੀ। ਇਸ ਕਰਕੇ ਸ਼ੁਰੂ ਵਿੱਚ ਇਸ ਵਿਧੀ ਦਾ, ਇਸ ਵਿੱਦਿਆ ਦਾ ਨਾਮ ਪੱਤਰ ਵਿਹਾਰ ਸਿੱਖਿਆ ਵੀ ਰੱਖਿਆ ਗਿਆ ਸੀ। ਜਿਵੇਂ ਜਿਵੇਂ ਟੈਕਨੋਲੋਜੀ ਦੇ ਵਿੱਚ ਤਬਦੀਲੀਆਂ ਆਈਆਂ, ਉਸੇ ਤਰੀਕੇ ਨਾਲ ਬਹੁਤ ਸਾਰੀਆਂ ਹੋਰ ਨਵੀਆਂ ਵਿਧੀਆਂ ਵੀ ਐਜੂਕੇਸ਼ਨ ਵਿੱਚ ਆਉਂਦੀਆਂ ਗਈਆਂ। 1970ਵਿਆਂ ਦੇ ਵਿੱਚ ਇੱਕ ਨਵਾਂ ਮੋਡ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਆਇਆ, ਜਿਸ ਨੂੰ ਓਪਨ ਲਰਨਿੰਗ ਵੀ ਕਿਹਾ ਜਾਣ ਲੱਗਿਆ। ਓਪਨ ਲਰਨਿੰਗ ਅਤੇ ਡਿਸਟੈਂਸ ਲਰਨਿੰਗ ਦੋਨੇ ਅਲੱਗ-ਅਲੱਗ ਕਨਸੈਪਟ ਹਨ। ਇਹਨਾਂ ਦੋਨਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਲੋੜ ਹੈ। ਡਿਸਟੈਂਸ ਐਜੂਕੇਸ਼ਨ ਵਿੱਚ ਕੀ ਹੁੰਦਾ ਹੈ ਕਿ ਇਹ ਫਾਰਮਲ ਐਜੂਕੇਸ਼ਨ ਜਾਂ ਕਲਾਸਰੂਮ ਐਜੂਕੇਸ਼ਨ ਦਾ ਸਿਰਫ ਉਹ ਬਦਲ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਨਿੱਜੀ ਤੌਰ 'ਤੇ ਕਲਾਸਰੂਮ ਵਿੱਚ ਹਾਜ਼ਰ ਨਹੀਂ ਹੋਣਾ ਪੈਂਦਾ। ਬਾਕੀ ਸਾਰੀਆਂ ਗੱਲਾਂ ਤਕਰੀਬਨ ਇੱਕ ਸਮਾਨ ਰਹਿੰਦੀਆਂ ਹਨ। ਉਦਾਹਰਨ ਵਜੋਂ ਵਿਦਿਆਰਥੀਆਂ ਨੂੰ ਮਾਈਗ੍ਰੇਸ਼ਨ ਦੇਣੀ ਪੈਂਦੀ ਹੈ, ਵਿਦਿਆਰਥੀਆਂ ਨੂੰ ਪਾਤਰਤਾ ਦੀਆਂ ਸ਼ਰਤਾਂ ਦੀ ਪੂਰਤੀ ਕਰਨੀ ਪੈਂਦੀ ਹੈ, ਵਿਦਿਆਰਥੀਆਂ ਨੂੰ 3 ਸਾਲਾ ਕੋਰਸ 5 ਸਾਲਾਂ ਵਿੱਚ ਅਤੇ 2 ਸਾਲਾ ਕੋਰਸ 4 ਸਾਲਾਂ ਵਿੱਚ, ਜਿਸ ਪ੍ਰਕਾਰ ਵੀ ਜਿਸ ਯੂਨੀਵਰਸਿਟੀ ਦੁਆਰਾ ਇਹ ਕੋਰਸ ਚਲਾਏ ਜਾਂਦੇ ਹਨ, ਉਸ ਦੇ ਫਾਰਮਲ ਐਜੂਕੇਸ਼ਨ ਵਾਲੇ ਸਾਰੇ ਪੱਖਾਂ ਦੀ ਪੂਰਤੀ ਕਰਨੀ ਪੈਂਦੀ ਹੈ। ਇਸ ਲਈ ਡਿਸਟੈਂਸ ਐਜੂਕੇਸ਼ਨ ਇੱਕ ਤਰ੍ਹਾਂ ਨਾਲ ਸਵਾਏ ਕਲਾਸਰੂਮ ਵਿੱਚ ਨਾ ਆਉਣ ਤੋਂ ਬਾਕੀ ਸਾਰੇ ਪੱਖਾਂ ਤੋਂ ਤਕਰੀਬਨ ਫਾਰਮਲ ਐਜੂਕੇਸ਼ਨ ਵਰਗਾ ਹੀ ਹੁੰਦਾ ਹੈ। ਜਦੋਂ ਕਿ ਓਪਨ ਲਰਨਿੰਗ ਦੇ ਵਿੱਚ ਬਹੁਤ ਸਾਰੀਆਂ ਅਲੱਗ ਚੀਜ਼ਾਂ ਹੁੰਦੀਆਂ ਹਨ ਜੋ ਡਿਸਟੈਂਸ ਲਰਨਿੰਗ ਦੇ ਵਿੱਚ ਨਹੀਂ ਹੁੰਦੀਆਂ। ਜਿਵੇਂ ਕਿ ਓਪਨ ਲਰਨਿੰਗ ਵਿੱਚ ਕੋਈ ਵਿਦਿਆਰਥੀ ਬਿਨਾਂ ਮਾਈਗ੍ਰੇਸ਼ਨ ਦਿੱਤਿਆਂ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। ਉਹਨਾਂ ਦੀਆਂ ਜ਼ਰੂਰ ਕੁਝ ਨਾ ਕੁਝ ਸ਼ਰਤਾਂ ਹੁੰਦੀਆਂ ਹਨ, ਪਰੰਤੂ ਜ਼ਰੂਰੀ ਨਹੀਂ ਹੈ ਕਿ ਵਿਦਿਆਰਥੀ ਨੂੰ ਇੱਕ ਯੂਨੀਵਰਸਿਟੀ ਵਿੱਚ ਰੈਗੂਲਰ ਡਿਗਰੀ ਦੇ ਨਾਲ ਦੂਸਰਾ ਡਿਪਲੋਮਾ ਜਾਂ ਕੋਈ ਛੋਟੀ ਡਿਗਰੀ ਹੈ ਜਿਹੜੀ ਉਹ ਓਪਨ ਲਰਨਿੰਗ ਦੇ ਵਿੱਚ ਕਰਨ ਦੀ ਸੁਵਿਧਾ ਪ੍ਰਾਪਤ ਨਾ ਹੋਵੇ। ਉਸ ਦੇ ਵਿੱਚ ਵਿਦਿਆਰਥੀਆਂ ਦੀ ਪਾਤਰਤਾ ਸੰਬੰਧੀ ਵੀ ਛੂਟ ਹੁੰਦੀ ਹੈ, ਵਿਦਿਆਰਥੀਆਂ ਦੀ ਕਈ ਵਾਰ ਉਮਰ ਦੀ ਹੱਦ ਦੇ ਵਿੱਚ ਵੀ ਛੂਟ ਹੁੰਦੀ ਹੈ। ਵਿਦਿਆਰਥੀਆਂ ਦਾ ਕਲਾਸਰੂਮ ਐਜੂਕੇਸ਼ਨ ਅਤੇ ਡਿਸਟੈਂਸ ਐਜੂਕੇਸ਼ਨ ਨਾਲੋਂ ਕੋਰਸਾਂ ਦੀ ਚੋਣ ਵਿੱਚ, ਵਿਸ਼ੇ ਦੀ ਚੋਣ ਵਿੱਚ ਬਿਲਕੁਲ ਵੱਖਰੀ ਪ੍ਰਕਾਰ ਦਾ ਅੰਦਾਜ਼ ਹੁੰਦਾ ਹੈ। ਉਹਦੇ ਵਿੱਚ ਸਮੇਂ ਸੀਮਾ ਵੀ ਉਸ ਪ੍ਰਕਾਰ ਨਹੀਂ ਲਾਈ ਜਾਂਦੀ ਕਿ ਕੋਈ ਕੋਰਸ ਕਿੰਨੇ ਸਮੇਂ ਦੇ ਵਿੱਚ ਪੂਰਾ ਕਰਨਾ ਹੈ। ਇਸ ਕਰਕੇ ਦੋਨਾਂ ਦੇ ਵਿੱਚ ਇਹ ਬੁਨਿਆਦੀ ਅੰਤਰ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਡਿਸਟੈਂਸ ਐਜੂਕੇਸ਼ਨ ਦਾ ਕੀ ਫਾਇਦਾ ਹੁੰਦਾ ਹੈ। ਡਿਸਟੈਂਸ ਐਜੂਕੇਸ਼ਨ ਵਿੱਚ ਇਹ ਹੁੰਦਾ ਹੈ ਕਿ ਕੋਈ ਵੀ ਵਿਦਿਆਰਥੀ ਫਰਜ਼ ਕਰ ਲਓ ਕਿਸੇ ਵੀ ਕਾਲਜ ਦੇ ਵਿੱਚ ਆਪਣੀ ਰੈਗੂਲਰ ਸਟੱਡੀ ਕਰ ਰਿਹਾ ਹੈ, ਜੇ ਉਸਨੇ ਗ੍ਰੈਜੂਏਸ਼ਨ ਦੀ ਸਟੱਡੀ ਵਿੱਚ 1 ਸਾਲ ਜਾਂ 2 ਸਾਲ ਲਗਾਏ ਹਨ ਅਤੇ ਉਸ ਤੋਂ ਬਾਅਦ ਉਸ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਜਾਂ ਕਿਸੇ ਨਿੱਜੀ ਰੁਝੇਵੇਂ ਕਾਰਨ ਉਹ ਵਿਅਕਤੀ ਆਪਣੀ ਐਜੂਕੇਸ਼ਨ ਨੂੰ ਕੰਟੀਨਿਊ ਜਾਂ ਜਾਰੀ ਨਹੀਂ ਰੱਖ ਸਕਦਾ, ਤਾਂ ਉਸ ਕੋਲ ਇਹ ਸਹੂਲਤ ਹੈ ਕਿ ਉਹ ਆਪਣੇ 3rd ਈਅਰ ਦੇ ਵਿੱਚ ਡਿਸਟੈਂਸ ਐਜੂਕੇਸ਼ਨ ਵਿੱਚ ਆ ਸਕਦਾ ਹੈ, ਕਿਉਂਕਿ ਡਿਸਟੈਂਸ ਐਜੂਕੇਸ਼ਨ ਦਾ ਸਿਲੇਬਸ ਅਤੇ ਬਾਕੀ ਸਾਰੀਆਂ ਸ਼ਰਤਾਂ ਤਕਰੀਬਨ ਉਹ ਹੀ ਹੁੰਦੀਆਂ ਹਨ ਜੋ ਰੈਗੂਲਰ ਮੋਡ ਵਾਲੀਆਂ ਹੁੰਦੀਆਂ ਹਨ। ਇਸੇ ਤਰੀਕੇ ਨਾਲ ਜੇ ਕੋਈ ਵਿਦਿਆਰਥੀ
अपने ग्रैजुएशन या पोस्ट ग्रैजुएशन विच एक समैसटर 2 समैसटर किसी डिस्टेंस एजुकेशन राही करता है तो उस तो बाद उन्होंने लगता है कि उसने रैगूलर पढ़ाई करनी है तो वह रैगूलर पढ़ाई दे विच भी जा सकता है। ये उत्थे सुविधा विद्यार्थियों को दी जाती है। पर बहुत सारिया इस किस्म दीयां भ्रांतियां हन जो डिस्टेंस एजुकेशन बारे कई बार सानू समझ नहीं आउंदियां। उदाहरण वजों आम तौर पर कहा जाता है कि ओपन लर्निंग दे विच व्यक्ति नूं प्रैक्टिकलों तो छूट होंदी है जां व्यक्ति प्रैक्टिकल नहीं करता, परंतु ये गल बिल्कुल गलत है। पिछले समय दे विच डिस्टेंस एजुकेशन ब्यूरो ऑफ इंडिया ने जो डिस्टेंस एजुकेशन के कोर्सां नूं अप्रूव करती है उसने एक कंडीशन लगाई कि कोई भी प्रैक्टिकल वाला कोर्स जो डिस्टेंस एजुकेशन राही करवाया जाता है उसनों मानता नहीं है। ਜਾਂ दूजे शब्दों में मैं कहा कि डिस्टेंस एजुकेशन राही करवाए जाते प्रैक्टिकल वाले कोर्स, मकैनिकल के कोर्स, तैकनोलॉजी नाल संबंधित कोर्स है जिहड़े उन्होंने मानता प्राप्त नहीं दी जाती। सिर्फ उन्होंने कोर्सां अते उन्होंने डिग्रियां नूं ही मानता दी जाती है जिहड़े डिस्टेंस एजुकेशन ब्यूरो वालों अप्रूवड हैं। जदों भी कोई विद्यार्थी किसी भी डिस्टेंस एजुकेशन की संस्था में दाखला लैंदा है तो सब तो पहला ਉਹਦੇ ਲਈ ਇਹ बेहद ਜ਼ਰੂਰੀ है कि ਉਹ उस संस्था तो मंग करे कि जिस कोर्स ਵਿੱਚ ਉਸ ਨੂੰ ਦਾਖਲਾ ਦਿੱਤਾ ਜਾ ਰਿਹਾ है कि ਉਹ कोर्स डिस्टेंस एजुकेशन ब्यूरो ऑफ इंडिया तो अप्रूवड है। जे अप्रूवड है तो वह विद्यार्थी दाखला लै सकता है, जे अप्रूवड नहीं तो उस द्वारा की हुई डिग्री है जिहड़ी उस नूं नौकरी समय मानता नहीं मिलेगी। इस करके ये पक्ष है जिहड़ा वो बहुत जरूरी है विद्यार्थियों के समझण लई। जदों भी किसी विद्यार्थी ने डिस्टेंस एजुकेशन दे विच जां ओपन एजुकेशन दे विच दाखला लेना है तो वो इन्हां गल्लां नूं ध्यान विच रखे कि जे विद्यार्थी नौजवान है, कॉलेज विच जाना चाहुंदा है, कॉलेज तो यूनीवर्सिटी विच जां डिस्टेंस एजुकेशन विच आउणा चाहुंदा है, वो अपने कोर्स की शफलिंग करना चाहता है, तब्दीली करना चाहता है तो उस लई डिस्टेंस एजुकेशन जिहड़ा सब तो लाहेवंदा विद्या का माध्यम कहा जा सकता है। दूसरे पासे ओपन लर्निंग दे विच वो विद्यार्थियों नूं ज़्यादा सहूलत है जिहड़े विद्यार्थी केंद्र सरकार की नौकरी करते हैं, जिन्हां दी लगातार बदली होंदी रहिंदी है, जिहड़े एक स्थान तो दूजी स्थान ते अक्सर जाते रहते हैं। जिवें खास तौर पर जिहड़ी आर्मी की सेवा करने वाले व्यक्ति हैं उन्हां नूं ओपन लर्निंग है जिहड़ी वो ज़्यादा सूट करती है, क्योंकि ओपन लर्निंग विच उन्हां नूं किसी विशेष यूनीवर्सिटी के विशेष खिते के डिस्टेंस एजुकेशन के खेत्र नाल नहीं जुड़ना पैंदा, बल्कि उन्हां नूं राष्ट्रीय पद्धर ते जिथे भी ओपन लर्निंग के सेंटर हैं उत्थे उन्हां नूं एग्जाम देण दी सहूलत मिल सकती है। जिस तरीके नाल जे मैं उदाहरण देनी होवे तां पंजाबी यूनीवर्सिटी पटियाला डिस्टेंस एजुकेशन डिपार्टमेंट चलाउंदी है। इत्थों के 34 कोर्स करने वाले व्यक्ति किसी भी समय अपने उन्हां कोर्सां नूं रैगूलर मोड विच जाके कर सकते हैं, किसी भी समय वो रैगूलर मोड तो डिस्टेंस मोड दे विच आ सकते हैं। इस तरीके नाल जे कोई आर्मी दे विच जां नैशनल पद्धर की किसी नौकरी दे विच है जिथे अक्सर बदली होंदी रहिंदी है तो उन्हां नूं जे सौखे तरीके नाल कहना होवे तो इंदिरा गांधी नैशनल ओपन यूनीवर्सिटी जो ओपन लर्निंग दिंदी है उस यूनीवर्सिटी के कोर्स ज़्यादा लाहेवंद रहिंदे हैं, क्योंकि जे वो साल 2 साल बाद किधरे बदल जाते हैं तो उन्होंने राष्ट्रीय पद्धर ते उस दे सेंटर मिल सकते हैं। इस करके अगे तो जदों भी तुसी कोर्स की चोण करो तो इस गल का जरूर ध्यान रखियो कि जेकर तुसी अपनी डिग्री पहलां तो चल रहे सिलेबस अनुसार पूरी करनी है तो डिस्टेंस एजुकेशन तुहाडे लई वधिया चोण है। जेकर तुसी अपनी डिग्री हौली हौली पूरी करनी है, विच गैप पा के पूरी करनी है, जां तुहाडी जिहड़ी नौकरी है वो लगातार तब्दील हुंदे रहण वाली है तो तुहानूं ओपन लर्निंग वाले पासे जाना ज़्यादा लाहेवंद होवेगा। धन्नवाद।